श्री वाहेगुरु साहिब। ਏਕ ਓੰਕਾਰ सतनाम करता हो निर्वैर ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ एक ओंकार ਸਤਨਾਮ ਕਰਤਾ ਪੁਰਖ निर्भयो निर्वैर ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ एक ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ कोई मन ओट लेहो हर नामा जाके सिमरन दुर्मत नासी पावहे पद निर्वाण। अजामल को अंत काल में नारायण शुद्ध आई जहाँ गत को जोगी सर्वांशत सो गत छिन में पाई। पढ़ो। रे मन उठ लियो रे मन ओट लियो हर नामा जाके सिमरन दुर्मत नासै पावह पद निर्बाना। वड भागी तह जन को जानो जो हर के गुण गावे जन्म जन्म के किल विख खोए के हुन बैकुंठ सदावे। अजामल को अंत काल में नारायण सुध आई जागत को जोगी सर्वांचित सोगत छिन में पाई। नाहिन गुण नाहिन कछ विद्या धर्म कौन गज कीना। नानक बिरद राम का देखो अभय दान तह दीना। गुरु नानक ਗੁਰੂ ਨਾਨਕ ਅੱਜ ਮਹਾਂ ਸੰਪੜ ਪਾਠਾਂ ਦੇ ਭੋਗ ਪਏ ਨੇ। ਸਾਰੀ ਦੁਨੀਆ ਲੱਗੀ ਹੋਈ ਹੈ। ਲੋਕਡਾਊਨ ਦੇ ਵਿੱਚ ਵੀ ਕਿਸੇ ਦਾ ਟਿਕਾਉ ਨਹੀਂ ਹੈਗਾ। ਕੋਈ ਫੋਨ ਦੇ ਜ਼ਰੀਏ ਆਪਣੇ ਕੰਮ ਧੰਦੇ ਮਨ ਦੀ ਭਟਕਣਾ ਦੇ ਪਿੱਛੇ ਲੱਗਾ ਹੈ। ਦੁਨੀਆ ਭਟਕ ਰਹੀ ਹੈ। ਕੋਈ ਪਰਿਵਾਰ ਵਿੱਚ ਭਟਕ ਰਿਹਾ ਹੈ, ਕੋਈ ਦੁਨੀਆ ਦੀ ਉਲਝਣਾਂ ਦੇ ਵਿੱਚ
ਭੜਕਦਾ ਫਿਰਦਾ ਹੈ, ਟਿਕਾਉ ਨਹੀਂ ਹੈਗਾ। ਬੰਦ ਦੇ ਵਿੱਚ ਵੀ ਬੰਦ ਨਹੀਂ, ਬਸ ਸਭ ਕੁਝ ਕਰਨ ਲੱਗੇ ਹੋਏ ਆ। ਸ਼ਾਂਤੀ ਨਹੀਂ, ਪਰਮੇਸ਼ਰ ਦਾ ਆਸਰਾ ਨਹੀਂ। ਕਹਿੰਦੇ ਘਰ ਛੱਡ ਕੇ ਜੰਗਲਾਂ 'ਚ ਚਲੇ ਗਏ। ਮਨ ਅਜੇ ਵੀ ਭੜਕਦਾ ਹੈ। ਅਯੂ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ। ਪਦਾਰਥ ਵੀ ਛੱਡਤੇ, ਘਰ ਵੀ ਛੱਡਤਾ, ਮਨ ਨਹੀਂ ਖੜਿਆ ਕਿ ਲੋਕ ਬੰਦ ਹੋ ਗਏ ਤੇ ਖੜ ਗਏ। ਖੜਨ ਦਾ ਤਰੀਕਾ ਕੀ ਹੈ? ਆਹ ਹੈ ਜੋ ਸੰਗਤ ਨੇ ਬਣਾਇਆ ਹੈ। ਜਿੰਨੇ ਗੁਰਮੁਖ ਪਿਆਰੇ ਥੋੜੇ ਬਹੁਤ ਇਕੱਠੇ ਹੋ ਕੇ ਇੱਕ ਚਾਰ ਦੀਵਾਰੀ ਦੇ ਅੰਦਰ, ਨਾ ਕਿਸੇ ਨਾਲ ਮਿਲੇ ਜੁਲੇ, ਨਾ ਕੋਈ ਇਹਨਾਂ ਨੂੰ ਮਿਲਿਆ, ਇਹਨਾਂ ਨੇ ਬਾਣੀ ਪੜ੍ਹੀ, ਨਾਮ ਜਪਿਆ, ਮਾਲਾ ਫੇਰੀਆਂ, ਇਹਨੂੰ ਕਹਿੰਦੇ ਇਕਾਂਤਵਾਸ। ਘਰਾਂ 'ਚ ਨਹੀਂ, ਘਰਾਂ 'ਚ ਤਾਂ ਸਭ ਕੁਝ ਕਰੀ ਜਾਂਦੇ ਆ, ਬੱਧੇ ਹੋਏ ਨੇ। ਮਨ ਭਟਕਦੇ ਫਿਰਦੇ ਆ। ਅਸ਼ਾਂਤ ਹੋਏ ਪਏ ਜੀਵ, ਮਨ ਦੇ ਟਿਕਾਓ ਨਹੀਂ। ਪਰਮਾਤਮਾ ਦੀ ਓਟ ਲਓ, ਮਨ ਨੂੰ ਟਿਕਾਓ। ਇਹਦਾ ਕੋਈ ਪਤਾ ਨਹੀਂ ਸਮੇਂ ਦਾ। ਪਹਿਲੋਂ ਜਿਹੜੀਆਂ ਬਿਮਾਰੀਆਂ ਆਈਆਂ ਸੀ ਨਾ, ਉਹ ਹੋਰ ਸੀ। ਅੱਜ ਦੀ ਬਿਮਾਰੀ ਤਾਂ ਦੁਸ਼ਮਣੀ ਰੂਪ 'ਚ ਆਈ। ਦੁਸ਼ਮਣ ਨੇ ਆਪਣੇ ਢੰਗ ਤਰੀਕੇ ਅਪਣਾਏ ਹੁੰਦੇ ਆ ਜੰਗ ਯੁੱਧ ਦੇ। ਉਹ ਬੰਦੇ ਕਿੱਥੋਂ ਲੱਭ ਜਾਣਗੇ ਜਿਹੜੇ ਇਹ ਬਿਮਾਰੀ ਨੂੰ ਫੈਲਾ ਰਹੇ ਨੇ? ਉਹ ਕੋਈ ਤਰੀਕਾ ਲੈ ਕੇ ਆਏ ਆ ਫੈਲਾਉਣ ਦਾ। ਹਿੰਦੁਸਤਾਨ ਦੀ ਰਾਜਧਾਨੀ ਦੇ ਕਿੰਨੇ ਨੁਕਸਾਨ ਹੋ ਰਹੇ ਨੇ, ਅਮਰੀਕਾ ਦੀ ਰਾਜਧਾਨੀ ਦੇ ਕਿੰਨੇ ਨੁਕਸਾਨ, ਇਹ ਕੀਤਾ ਗਿਆ ਹੈ। ਸੰਸਾਰ 'ਚ ਕਿਵੇਂ ਬਿਮਾਰੀ ਫੈਲ ਰਹੀ ਹੈ ਕਿ ਪਹਿਲੋਂ ਇੱਕ ਪਾਸੇ ਬਿਮਾਰੀ ਫੈਲਾ ਦਿਓ, ਫਿਰ ਆਪੇ ਦੁਖੀ ਹੁੰਦੇ ਰਹਿਣਗੇ। ਇਹ ਤਾਂ ਪਰਮਾਤਮਾ ਬਚਾਏਗਾ। ਮੇਰੇ ਤੇ ਸਭ ਮੁਸ਼ਕਲ ਆ ਗਈਆਂ ਨੇ ਸਤਿਗੁਰੂ। ਗੁਰੂ ਸਾਹਿਬ ਕਹਿੰਦੇ ਕਿੰਨੀਆਂ ਵੀ ਆ ਜਾਣ, ਜਾਂ ਕੋ ਮੁਸ਼ਕਲ ਅੱਤ ਬਣੀ। ਇਹ ਤਾਂ ਇੱਕ ਮੁਸ਼ਕਲ ਹੈ, ਅੱਤ ਦੀ ਮੁਸ਼ਕਲ ਆ ਜੇ ਕਿ ਇਹ ਬਿਮਾਰੀ ਸਾਡੇ ਗੁਆਂਢੀਆਂ ਵਿੱਚ ਵੀ ਆ ਜੇ, ਸ਼ਹਿਰ ਵਿੱਚ ਵੀ ਆ ਜੇ, ਪਰ ਗੁਰੂ ਸਾਹਿਬ ਸਾਨੂੰ ਬਚਾ ਸਕਦੇ ਆ। ਨਾਲ ਦੇ ਨਾਲ ਗੁਰੂ ਸਾਹਿਬ ਰੱਖਿਆ ਕਰ ਲੈਂਦੇ ਆ। ਜਿਹੜੇ ਲੋਕ ਉਹਨਾਂ ਦੇ ਨਾਲ ਰਹਿੰਦੇ ਸੀ ਬਿਮਾਰੀ ਵਾਲਿਆਂ ਦੇ, ਉਹਨਾਂ ਦੇ ਟੈਸਟ ਕੀਤੇ, ਠੀਕ ਨਿਕਲੇ। ਉਹ ਨਾਲ ਰਹੇ ਸੀ, ਕਈਆਂ ਦੇ ਆ ਗਏ। ਇਹ ਜਿੱਥੇ ਹੁਕਮ ਹੁੰਦਾ ਹੈ ਉੱਥੇ ਹੀ ਜਾਂਦੀ ਬਿਮਾਰੀ, ਜਿੱਥੇ ਬੰਦੇ ਦੇ ਪਾਪ ਹੁੰਦੇ ਨੇ। ਪੜ੍ਹਿਓ ਜੀ, ਜਾਂ ਕੋ ਮੁਸ਼ਕਲ ਹੱਥ ਬਣੀ।
ਜਾਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ। ਇੰਨੀ ਮੁਸ਼ਕਲ ਬਣ ਜੇ ਕਿ ਕੋਈ ਸਾਨੂੰ ਢੋਈ ਨਾ ਦੇਵੇ, ਅੱਤ ਦੀ ਮੁਸ਼ਕਲ। ਲਾਗੂ ਹੋਏ ਦੁਸ਼ਮਨਾ ਸਾਕ ਭੇ ਭਜ ਖਲੇ। ਦੁਸ਼ਮਣ ਸਾਰੇ ਜ਼ੋਰ ਫੜ ਜਾਣ ਕਿ ਅਸੀਂ ਹੁਣ ਇਹਨੂੰ ਛੱਡਣਾ ਹੀ ਨਹੀਂ, ਤੇ ਸਾਕ ਸਾਰੀ ਛੱਡ ਜਾਣ। ਕਿੰਨੀ ਵੱਡੀ ਗੱਲ ਹੈ ਕਿ ਦੁਸ਼ਮਣ ਪੂਰਾ ਜ਼ੋਰ ਫੜ ਲੈਣ, ਸਾਕ ਛੱਡ ਜਾਣ, ਮੁਸ਼ਕਲ ਅੱਤ ਦੀ ਹੋਵੇ, ਕੋਈ ਢੋਈ ਨਾ ਦੇਵੇ। ਸਭੋ ਭਜੇ ਆਸਰਾ ਚੁਕੇ ਸਭ ਅਸਰਾਓ। ਸਾਰੇ ਆਸਰੇ ਖਤਮ ਹੋ ਜਾਣ, ਸਾਰੇ ਆਸਰੇ ਚੱਕੇ ਜਾਣ, ਵੀ ਆਸਰਾ ਕੋਈ ਰਿਹਾ ਹੀ ਨਹੀਂ। ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਉਹ ਪ੍ਰਮਾਤਮਾ ਤੈਨੂੰ ਚੇਤੇ ਆ ਜੇ, ਇੱਥੇ ਵੀ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਤੇ ਕਿਉਂ ਨਹੀਂ ਆਪਾਂ ਯਕੀਨ ਕਰਦੇ? ਜੇ ਕਿਤੇ ਜਪੀਏ ਨਾਮ, ਲਈਏ ਗੁਰੂ ਦੀ ਓਟ, ਸਾਡੀ ਮੁਸ਼ਕਲ ਕੀ ਜਗ ਦੀ ਮੁਸ਼ਕਲ ਚਲੀ ਜਾਵੇ। ਕਹਿੰਦੇ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਪਰਮਾਤਮਾ ਦਾ ਨਾਮ ਇੰਨਾ ਵੱਡਾ ਹੈ ਕਿ ਤੇਰਾ ਸਰੀਰ ਕੀ ਏ, ਤੇਰੀ ਤਾਂ ਨਗਰੀ ਪਵਿੱਤਰ ਹੋ ਸਕਦੀ ਹੈ। ਰੱਬ ਦੇ ਨਾਮ ਨਾਲ ਤਾਂ ਤੇਰਾ ਪਿੰਡ ਪਵਿੱਤਰ ਹੋ ਸਕਦਾ ਹੈ। ਤੂੰ ਇੱਕ ਕੀ, ਤੇਰੀ ਨਗਰੀ ਪਵਿੱਤਰ ਹੋ ਸਕਦੀ। ਕਿਉਂ ਨਾ ਹਰ ਕੋ ਨਾਮ ਲੈ, ਮੂਰਖ ਨਿਲਾਜ ਰੇ। ਅੱਜ ਤੁਸੀਂ ਕੰਮ ਬੰਦ, ਸਭ ਕੁਝ ਬੰਦ, ਘਰਾਂ 'ਚ ਬੈਠੇ ਜੇ, ਤੇ ਗਿਣਤੀ ਕਰੋ ਕੀ ਕਰਦੇ ਪਏ ਜੀ। ਕਿੰਨਾ ਕੁ ਨਾਮ ਜਪਦੇ ਪਏ ਜੀ, ਕਿੰਨੀ ਕੁ ਬੰਦਗੀ ਕਰਦੇ ਪਏ ਜੀ। ਬਸ ਆ ਬਾਬਾ ਜੀ ਦੀ ਰੱਖਿਆ ਏ, ਪਹਿਰਾ ਏ, ਜਿਹੜੇ ਅਸੀਂ 10, 20, 15 ਗੁਰਮੁਖਾਂ ਨੂੰ ਚਾਰ ਦੀਵਾਰੀ ਦੀ, ਖੁੱਲ੍ਹੀ ਚਾਰ ਦੀਵਾਰੀ ਦੇ ਅੰਦਰ ਬੰਦ ਕਰ ਦਿੰਦੇ। ਭਾਈ ਹੁਣ ਇਸ ਘਰ ਵਿੱਚ, ਇਸ ਹਵੇਲੀ ਵਿੱਚ, ਇਸ ਗੁਰਦੁਆਰੇ ਵਿੱਚ ਬਸ ਤੁਸੀਂ ਅੰਦਰ ਨਾਮ ਹੀ ਜਪੋ। ਬਿਮਾਰੀ ਤੋਂ ਵੀ ਚੁਸਤ ਰਹਿਣਾ ਹੈ, ਕਿਸੇ ਤਰੀਕੇ ਕਿਸੇ ਨੂੰ ਨਾ ਹੋਵੇ। ਪਰਹੇਜ ਵੀ ਵੈਸੇ ਵੀ ਰੱਖਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਸੁੱਚਮ ਝੂਠ ਦਾ ਪਰਹੇਜ ਪੂਰਾ ਕਰਨਾ ਚਾਹੀਦਾ। ਪਵਿੱਤਰਤਾ ਪੂਰੀ ਰੱਖਣੀ ਚਾਹੀਦੀ ਹੈ। ਆਪਣੇ ਆਪ ਨੂੰ ਇਕਾਂਤ ਇਕੱਲੇ ਕਰ ਲਵੋ। ਗੁਰੂ ਸਾਹਿਬ ਕਹਿੰਦੇ ਬਸ ਤੂੰ ਇਕੱਲਾ ਹੋ ਜਾ, ਵੱਖਰਾ ਹੋ ਜਾ, ਵੀ ਮੈਂ ਇਕੱਲਾ ਹੀ ਹਾਂ, ਮੇਰੇ ਨਾਲ ਕੋਈ ਨਹੀਂ। ਇੱਕ ਤੇਰੀ ਓਟ ਹੈ, ਤੇਰਾ ਆਸਰਾ ਹੈ। ਉਹਦੀ ਰਜਾ ਦਾ ਕੋਈ ਪਤਾ ਨਹੀਂ ਉਹ ਕਿੱਥੇ ਲੈ ਜੇ। ਫਿਰ ਸਾਰੀ ਦੁਨੀਆ ਹੀ ਰੱਬ ਦਾ ਨਾਮ ਜਪੇਗੀ। ਬਾਬਾ ਮਹਾਂ ਨਾਮ ਸਿੰਘ ਜੀ ਦੀ ਬੜੀ ਮਹਿਮਾ ਵੱਧ ਗਈ, ਬੜਾ ਜਸ ਫੈਲ ਗਿਆ। ਰੱਬ ਦਾ ਰੂਪ ਸੀ ਮਹਾਂਪੁਰਖ, ਦਰਗਾਹੋਂ ਡਿਊਟੀਆਂ ਸੀ। ਬਾਬਾ ਜੀ ਦਾ ਸੇਵਕ ਸੰਤ ਬਹਾਲ ਦਾਸ ਉਦਾਸੀ ਸੰਪਰਦਾ ਦੇ ਸੀ, ਉਹਨਾਂ ਬਹੁਤ ਸੇਵਾ ਕੀਤੀ। ਬਾਬਾ ਜੀ ਕਹਿੰਦੇ ਬਹਾਲ ਦਾਸ ਹੁਣ ਤੂੰ ਲੋਕਾਂ ਦਾ ਭਲਾ ਕਰ ਜਾ ਕੇ। ਬਹਾਲ ਦਾਸ ਨੇ ਇੱਕ ਪਿੰਡ ਦੇ ਵਿੱਚ ਜਾ ਕੇ ਆਪਣਾ ਸਥਾਨ ਬਣਾ ਲਿਆ, ਪਰ ਬਾਬਾ ਜੀ ਕੋਲ ਆਉਣਾ ਜਾਣਾ ਨਾ ਛੱਡਿਆ। ਗੁਰੂਆਂ ਤੇ ਮੁਰਸ਼ਿਦ ਦੇ ਕੋਲੋਂ ਕੋਈ ਨਾ ਕੋਈ ਮਿਲਦਾ ਹੀ।
ਜਿਵੇਂ ਧੀ ਦਾ ਸਥਾਨ ਹੁੰਦਾ ਨਾ ਪੇਕੇ ਘਰ 'ਚ, ਜੇ ਇਹ ਜਾਵੇ ਮਾਂ ਪਿਓ ਕੋਲ ਫਿਰ ਵੀ ਮਾਂ ਪਿਓ ਦਿੰਦੇ ਆ, ਜੇ ਧੀ ਕੋਲ ਮਾਂ ਪਿਓ ਆਉਣ ਫਿਰ ਵੀ ਦੇ ਕੇ ਜਾਂਦੇ ਆ। ਮਾਂ ਪਿਓ ਨੇ ਦੇਣਾ ਹੈ, ਧੀ ਦਾ ਲੈਣ ਦਾ ਸਥਾਨ ਹੈ। ਧੀ ਤੋਂ ਕਹਿੰਦੇ ਲੈਣਾ ਨਹੀਂ, ਅਸੀਂ ਧੀਆਂ ਦਾ ਖਾਣਾ ਨਹੀਂ। ਜੇ ਧੀ ਮਾਂ ਪਿਓ ਕੋਲ ਜਾਂਦੀ ਫਿਰ ਵੀ ਉਹਨਾਂ ਦੇਣਾ ਹੈ, ਜੇ ਮਾਂ ਪਿਓ ਆਉਣ ਫਿਰ ਵੀ ਦੇਣਾ। ਗੁਰੂਆਂ ਪੀਰਾਂ ਨੇ ਸਾਡੀਆਂ ਝੋਲੀਆਂ ਭਰਨੀਆਂ ਹੀ ਭਰਨੀਆਂ, ਕੋਈ ਨਹੀਂ ਲੈਣਾ ਸਾਡੇ ਤੋਂ। ਇਹ ਤਾਂ ਇੱਕ ਬਹਾਨਾ ਹੈ ਕਿ ਇੰਨਾ ਕੋ ਨਾਮ ਜਪਣਾ, ਇੰਨੇ ਕੋ ਅੱਛੇ ਕਰਮ ਕਰ ਲਾ, ਉਹਨਾਂ ਤਾਂ ਦੇਣਾ ਹੀ ਦੇਣਾ। ਬਾਲਦਾਸ ਜੀ ਨੇ ਜਾਣਾ ਆਉਣਾ ਨਾ ਛੱਡਿਆ ਬਾਬਾ ਜੀ ਕੋਲ। ਇੱਕ ਥਾਂ 'ਤੇ ਬਹਿ ਕੇ ਸੰਘਣੀ ਛਾਂ ਸੀ, ਉੱਥੇ ਥੋੜ੍ਹਾ ਜਿਹਾ ਪੜਾਅ ਕਰਨਾ, ਪੈਦਲ ਜਾਂਦੇ ਸੀ। ਪਿੰਡ ਵਾਲਿਆਂ ਨੇ ਕਿਹਾ ਜੀ ਤੁਸੀਂ ਇੱਥੇ ਹੀ ਡੇਰਾ ਬਣਾ ਲਓ, ਜੱਸੀ ਪਿੰਡ ਵਿੱਚ। ਉਹ ਕਹਿੰਦੇ ਜੀ ਹੁਕਮ ਹੋਏਗਾ। ਡੇਰੇ ਦਾ ਬਣ ਜਾਂਦੇ ਆ। ਡੇਰਿਆਂ ਦਾ ਮਤਲਬ ਕੀ ਹੈ ਕਿ ਚੰਗਾ ਤੜਕਾ ਲਾਓ, ਰੋਟੀ ਵਧੀਆ ਖਾਓ, ਸੌਂ ਜਾਓ। ਡੇਰਿਆਂ ਦਾ ਮਤਲਬ ਢਿੱਡ ਭਰਨਾ ਨਹੀਂ, ਪੇਟ ਪੂਰਤੀ ਨਹੀਂ ਕਰਨੀ। ਡੇਰਿਆਂ ਦਾ ਕੰਮ ਹੈ ਪਰਉਪਕਾਰ ਕਰਨੇ, ਭੁੱਖੇ ਨੂੰ ਲੰਗਰ ਦੇਣਾ, ਦੁਖੀਏ ਦੀ ਮਦਦ ਕਰਨੀ, ਸੰਗਤਾਂ ਨੂੰ ਨਾਮ ਜਪਾਉਣਾ। ਡੇਰੇ ਦਾ ਕੋਈ ਮਤਲਬ ਹੈ ਵੀ ਡੇਰਾ ਤਾਂ ਅਸੀਂ ਬਣਾ ਲਾਂਗੇ, ਪਰ ਡੇਰੇ ਦਾ ਮਤਲਬ ਪੂਰਾ ਹੋਣਾ ਚਾਹੀਦਾ। ਤੂੰ ਬਹਿ ਜਾ, ਟਿੱਕੀ ਕੀ ਕਰ ਜਾ, ਉਧਰ ਕੋਈ ਕਾਲੀ ਦਾ ਜਾਂ ਕੰਮ ਕਰਾਓ ਜਾ ਕੇ, ਜਾ ਕੇ ਬੈਠ। ਡੇਰੇ ਦੇ ਵਿੱਚ ਨਾਮ ਜਪੋ ਤੇ ਜਪਾਓ, ਲੰਗਰ ਪਰਉਪਕਾਰ ਸੇਵਾ ਸਭ ਕੁਝ ਕਰੋ। ਐਵੇਂ ਕੋਈ ਮਤਲਬ ਨਹੀਂ ਗਾ। ਕਹਿੰਦੇ ਜੇ ਗੁਰੂ ਸਾਹਿਬ ਨੂੰ ਪਾਏਗਾ, ਬਾਬਾ ਜੀ ਨੂੰ ਪਾਏਗਾ, ਸਾਡੇ ਗੁਰੂਆਂ ਨੂੰ ਤੇ ਬਣਾ ਲਾਂਗੇ। ਬਣਾ ਕੇ ਪਹਿਲੋਂ ਕਹਿੰਦੇ ਭਾਈ ਇੱਥੇ ਪਾਣੀ ਦਾ ਪ੍ਰਬੰਧ ਕਰੋ। ਪੌਂ ਲਾਇਆ ਪਾਣੀ ਦਾ, ਉਹ ਜੱਸੀ ਪੌਂ ਵਾਲੀ ਵੱਜ ਗਈ ਕਿ ਘੱਟ ਤੋਂ ਘੱਟ ਆਉਣ ਜਾਣ ਵਾਲੇ ਹਰ ਇੱਕ ਨੂੰ ਪਾਣੀ ਮਿਲੇ। ਉਦੋਂ ਪਾਣੀ ਦੀ ਮੁਸ਼ਕਲ ਸੀ, ਨਹੀਂ ਟੂਟੀਆਂ, ਨਹੀਂ ਟਿਊਬਵੈੱਲ, ਇਹ ਚੀਜ਼ਾਂ ਹੈ ਨਹੀਂ ਸੀ। ਸਤਿਨਾਮ ਜੀ। ਸਤਿਨਾਮ 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 ਜੀ। ਬਾਬਾ ਜੀ ਨੇ ਕਿਹਾ ਸੀ ਬਹਾਲਦਾਸ, ਦੁਨੀਆ 'ਚ ਵਿਚਰ, ਦੁਨੀਆ ਦਾ ਭਲਾ ਕਰ।
हुण युग है श्री गुरु ग्रंथ साहिब जी का, गुरबाणी का। सहज पाठ करने आ कराने आ, अखंड पाठ करने कराने ने। जिथे किसी दे बहुत ही मुश्किल औखी होवे उथे पाठ विच आप जाके नाल रहना है, आप विच बह के पाठ कराने आ, मर्यादा दे पहरा देना। पाठी नेम नियमां वाले चाहिए, फिर लोगों के दुख खत्म होंदे आ। इवें पाठ करने, परोपकार करने, जिथे भी जाते कोई सहज पाठ अखंड पाठ कोई भी करते हैं, सब दे कारज रास होंदे, बदे बदे छुटते हैं। उथे एक संत रहिंदा सी नेड़े ही, मौज दरिया, उन्होंने काले मूँह वाला कहंदे सी। उन्हें कोलों गलती हो गई सी कोई, ते फिर उन्हें मूँह आपदा काला कर लिया कि तू साधुआं वाला चोड़ा पाया है, साधु बनया ते आ करतूत क्यों कीती। मन नूं कहंदे मना हुण तेरा सारी जिंदगी मूँह काला रखना। गलती हो गई, आपदे मूँह ते आप कालक माली, काला मूँह करके बह जाना, बंदगी बड़ी करनी, रिद्धियां सिद्धियां शक्तियां प्राप्त होगी। क्या भी तू साधु हो के गलती की थी, मना हुण तेरा मूँह काला ही रखना। मैं अपने आप नूं कालक ला के काले मूँह वाला लोकी कहन लगे संत मौज दरिया। कहता भी आ डेरे इत्थे इलाके किहड़ा संत आ गया, बालदास जी। बड़े चक्कर चलाए बालदास से कोई चक्कर ना चलिया। कहता भी इहदे पिछे है कौन है? कहते जी इहदे पिछे पुच्छो वाले बाबा जी ने। बालदास दे पिछे महापुरख ने, पुच्छो वाले पिछा तगड़ा होवे तां ही बंदा खड़दा है। भी इहदे ते मेरा कोई चक्कर नहीं चलता। और नहीं कहता पुच्छो वालियां नूं भी देख लैने आ, उन्होंने भी देख लेने की है। पहलों इहदे गुरु नूं फड़दे आ, एक पक्के सेवादार नूं समझा के बुला के पक्का करके ते आपदियां सारियां शक्तियां नाल दे के कहन लगा जा सीधा बाबे मां हरनाम सिंह जिहड़े पुच्छो वाले उन्हां दे कोल सीधा चले जाना। तू उन्हां दे सामने जाके कह दी कि काले मूँह वाले दी 7 वारी राम राम, 7 वारी अल्लाह अल्लाह, 7 वारी खुदा खुदा। कहता देखी फिर अड़ाट पैंदा, देखी फिर की हाल होता। वो अपनिया शक्तियां नूं समझी जांदा वड्डियां ने। इधर निरंकार है, आखो सी वाहिगुरू। बाबा जी वाल परमेश्वर खड़ा है, उनके कोल शक्तियां ने परमेश्वर दियां, उनदियां रब दियां शक्तियां रब दे थोड़ा चलणगियां। उन्होंने पक्का करके तोरता है। उधरों पिंड विच एक पंडित सी, बड़ा सेहतमंद तगड़ा, सेहत विच घुलदा सी, बैठका मारदा सी। उन्होंने बुला के बाबा जी कहते इस तरह एक बंदा आ रहा है, उन्होंने तू आउंदे नूं जफ्फा पा लेना है। ते उन्हें काले मूँह वाले ने कहा सी भी जा बाबा हरनाम सिंह दा देखी किवें अड़ाड़ पैंदा।
जाके कह दी 7 वारी काले मूँह वाले दी 7 वारी राम राम 7 वारी अल्लाह अल्लाह 7 वारी खुदा खुदा। पर एक गल चेता रखी कि इथों मेरे कोलों उत्थे जाण तक तू किसी नाल गल नहीं करनी, बोलना नहीं। हुण तेरे विच शक्तियां दा प्रवेश है, जे बोलेगा तो शक्ति घट जाएगी, खत्म हो जाएगी। जाके सीधे बोल बाबा जी दे सामने कहने आ। बाबा जी पंडित नूं बुला के कहंदे भी इस तरह काले मूँह वाला भेज रहा साडे ते वार करन वास्ते एक बंदे नूं, ते उहनूं तू फड़ के ढा लेना है। जदों तक बोले ना उदों तक तू छड्डना नहीं। इधर सीधा बाबा जी दे टिल्ले नूं चढ़न लगा है। बाबा जी कहंदे सी एक हत्थ जमना रोड़ी ते रखना है। एक मिट्टी की ढेरी बनाई सी, टिल्ले दे कैस पासे सी। उनका नाम बाबा जी ने जमना रोड़ी रखिया सी। उन्हां दी किरपा सी, की शक्ति की बल भरिया है। उन्हां दी ओह ही जानदे ने। सतगुर दियां सतगुरी जानदे। कहंदे एक हथ जमना रोड़ी ते रखना, दूजे हथ नाल उहनूं मार के जफा सिट लेना थल्ले। उदों लंगर वाले पासे दी उत्ते चढ़ीदा सी। वो जदों आया जमना रोड़ी दे नेड़े, ये खड़ा सी ते इहने मार लिया जफा। बाबा जी मंजे दे बोले हो के बैठ गए। इन्हें बाबा जी दे सामने बोलना सी। जदों फायरिंग होंदी मोर्चे जी होंदी, बाबा जी मोर्चे विच बैठ गए। उन्हें जदों अगे ना जान दिता, रोक लिया, फड़ लिया। बाबा जी नहीं दिसे। उन्हें वैसे ही बोलता काले मूँह वाली दी 7 वारी राम राम 7 वारी अल्लाह अल्लाह 7 वारी खुदा खुदा। जदों बोलता 7 वारी ते इन्हें सिट लिया थले। उहदे नाल घुलदा घुलदा टिल्ले तो थले रेड़ लिया। सेहतमंद सी। जदों वजन पाया उहदे ते चीकां खड़ाइयां। ਉਹ ਕਹਿੰਦਾ ਪਤੰਦਰਾ ਹੁਣ ਤਾਂ ਛੱਡ ਦੇ, बस बोलण दी देर सी। बाबा जी कहते बस हो गया काम। बाबा जी ने फिर शब्द पढ़िया उत्थे खड़िया ने, निंदक गुर किरपा ते हटियो। पढ़ियो जी आ शब्द बाबा जी ने पढ़िया ते काले मूँह वाले दा धुआं निकल गया। जे बाबा जी का बुरा करन भेजिया सी ते बाबा जी ने एक गुरबाणी का बाण छड्डिया। बाणी दे बाण अनियाले तीर ने, पर बिना कमान तो चलते नहीं। साधुआं ने कमान कमाई दी बनाई है, उन्हां दे बाणी दे बाण चलते, दूजियां तो नहीं चलते। कल्ले तीर की करनगे? तीर कमान नाल तीर निशाने ते जाणगे, तीर घाव करनगे। बाबा जी ने फिर शब्द पढ़िया, निंदक गुर किरपा ते हटियो। जेड़ा गंद फिल्म बना सानू चंबड़ी है, गुरु की किरपा नाल पिछे हट गई। पार ब्रह्म प्रभ भय दयाला,
ਸਿਵ ਕੈ ਬਾਣ ਸਿਰ ਕਾਟਿਓ। ਕਾਲ ਬ੍ਰਹਮ ਪਰਮੇਸ਼ਰ ਦਿਆਲ ਹੋਏ ਨੇ, ਸ਼ਿਵ ਮਹਾਰਾਜ ਦੇ ਬਾਣ ਨਾਲ ਸਿਰ ਕੱਟਿਆ। ਸ਼ਿਵ ਹੈ ਅਕਾਲ ਪੁਰਖ ਪਰਮਾਤਮਾ, ਉਹਦੀ ਸ਼ਕਤੀ। ਕਾਲ ਜਾਲ ਜਮ ਜੋਹੇ ਨਾ ਸਕੈ, ਸੱਚ ਕਾ ਪੰਥਾ ਠਾਟਿਓ। ਕੋਈ ਕਾਲ ਜਾਲ ਨਹੀਂ ਨੇੜੇ ਆ ਸਕਦਾ। ਇਹ ਪੰਥ ਜਿਹੜਾ ਸੱਚਾ ਪੰਥ ਹੈ, ਇਹ ਠਾਠ ਸੱਚਾ ਹੈ। ਠਾਟਿਓ ਮੈਨਾਂ ਠਾਠ ਠਾਠ। ਖਾਤ ਖਰਚਤ ਕਿਛ ਨਿਖੁਟਤ ਨਾਹੀ, RAM ਰਤਨ ਧਨ ਖਾਟਿਓ। ਮੁੱਕਣ ਵਾਲਾ ਹੀ ਨਹੀਂ, ਜਿੰਨਾ ਮਰਜੀ ਖਾਦੀ ਖਰਚੀ ਜਾਓ, ਨਾਮ ਜਪਿਆ ਹੈ, ਬਾਣੀ ਪੜੀ, ਚਲਾਕੀਆਂ ਨਾਲ ਨਹੀਂ ਕੀਤਾ। ਪਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ। ਬਿਲਕੁਲ ਭਸਮਾ ਭੂਤ ਹੋ ਗਿਆ, ਇੱਕ ਖਿਣ ਚ ਆਪਦਾ ਕੀਤਾ ਪਾਉਣ ਲੱਗ ਪਿਆ। ਜਦੋਂ ਬਾਬਾ ਜੀ ਨੇ ਕਿਹਾ ਆਪਣਾ ਕੀਤਾ ਪਾਇਆ, ਉਹ ਸਾਰਾ ਕੁਝ ਉਹਦੇ ਤੇ ਹੀ ਵਾਪਸ ਚਲਾ ਗਿਆ। ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖੈ ਲੋਕ ਸੁਭਾਇਆ। ਇਹ ਆਉਣ ਵਾਲੀਆਂ ਗੱਲਾਂ ਤੇ ਸਾਰੀਆਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੇਖੇਗੀ ਇਹਨਾਂ ਗੱਲਾਂ ਨੂੰ, ਚੀਜ਼ਾਂ ਨੂੰ। ਹਾਂਜੀ, ਬਹੁਤ ਬੁਰਾ ਹਾਲ ਹੋ ਗਿਆ ਕਾਲੇ ਮੂੰਹ ਵਾਲੇ ਦਾ। ਗੰਦਗੀ ਵਿੱਚ ਹੀ ਬਾਥਰੂਮ, ਚੀਕਾਂ ਮਾਰੇ। ਕਹਿੰਦਾ ਜਾਓ ਬਹਾਲਦਾਸ ਨੂੰ ਲਿਆਓ ਛੱਡ ਕੇ, ਵੀ ਹੁਣ ਬਾਬਾ ਜੀ ਦਾ ਸੇਵਕ ਮੈਨੂੰ ਬਚਾ ਸਕਦਾ ਹੈ। ਜੇ ਬਚਾਏਗਾ, ਮੇਰਾ ਪਹਾੜ ਮੇਰੇ ਤੇ ਡਿੱਗ ਗਿਆ ਹੈ ਤੇ ਮੈਂ ਇਹਦੇ ਤੋਂ ਬਚ ਹੀ ਨਹੀਂ ਸਕਦਾ। ਕੀਤਾ ਤਾਂ ਵਾਰ ਬਾਬਾ ਜੀ ਤੇ, ਬਾਬਾ ਜੀ ਨੇ ਉਹੋ ਹੀ ਵਾਪਸ ਭੇਜ ਲਿਆ ਵੀ ਇਹਨੂੰ ਹੀ ਸੰਭਾਲ ਲਾ, ਤੂੰ ਆਪ ਹੀ ਸੰਭਾਲ ਲਾ। ਕਹਿੰਦੇ ਲਿਆਓ ਬਾਲਦਾਸ ਨੂੰ। ਉਹ ਇਲਾਕੇ 'ਚ ਪੜਾ ਕਰ ਰਿਹਾ ਸੀ ਗੁਰਬਾਣੀ ਦੁਆਰਾ, ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠਾਂ ਨਾਲ, ਸ਼ਬਦ ਨਾਲ, ਜਪਜੀ ਸਾਹਿਬ ਨਾਲ, ਸੁਖਮਣੀ ਸਾਹਿਬ ਨਾਲ। ਇੱਧਰੋਂ ਬਾਬਾ ਜੀ ਨੇ ਇੱਕ ਬੰਦੇ ਨੂੰ ਭਜਾਇਆ ਵੀ ਨੱਠ, ਬਾਲਦਾਸ ਨੂੰ ਰੋਕਿਓ ਕਿਤੇ ਉਹਦੇ ਕੋਲ ਚਲਾ ਨਾ ਜਾਵੇ। ਹੁਣ ਉਹਨੇ ਬਾਲਦਾਸ ਦੇ ਪਿੱਛੇ ਪੈਣਾ ਹੈ ਤੇ ਜਾ ਕੇ ਰੋਕਿਓ। ਪਰ ਉਹ ਆਉਣ ਵਾਲਾ ਬੰਦਾ ਸਫਰ ਜ਼ਿਆਦਾ ਸੀ, ਉਧਰੋਂ ਨੇੜੇ ਸੀ ਬਾਲਦਾਸ, ਉਹਨੂੰ ਕਾਲੇ ਮੂੰਹ ਵਾਲੇ ਨੂੰ ਉਹ ਲੈ ਗਏ। ਇਹ ਲੇਟ ਹੋ ਗਿਆ। ਬਾਬਾ ਜੀ ਨੇ ਕਿਹਾ ਸੀ ਬਾਲਦਾਸ ਉਹਦੇ ਤੇ ਨਾ ਜਾਵੇ, ਭਾਰ ਪਏਗਾ। ਪਰ ਬਾਲਦਾਸ ਪਹਿਲੋਂ ਹੀ ਚਲਾ ਗਿਆ। ਜੋ ਬਾਲਦਾਸ ਨੇ ਸ਼ਬਦ ਪੜ੍ਹੇ, ਬਾਣੀ ਪੜ੍ਹੀ, ਬਾਲਦਾਸ ਪੁੱਠਾ ਹੋ ਕੇ ਡਿੱਗ ਪਿਆ। ਸੇਵਾਦਾਰ ਲਿਆਏ ਚੱਕ ਕੇ, ਬਾਬਾ ਜੀ ਨੂੰ ਦੱਸਿਆ ਜੀ ਸਾਡੇ ਜਾਣ ਤੋਂ ਪਹਿਲੋਂ ਹੀ ਚਲਾ ਗਿਆ ਸੀ। ਬਾਬਾ ਜੀ ਕਹਿੰਦੇ ਭਾਈ ਹੁਣ ਉਹਨੂੰ ਆਗਿਆ ਤਾਂ ਲੈਣੀ ਚਾਹੀਦੀ ਸੀ। ਜਦੋਂ ਉਹਨੂੰ ਪੂਰੀ ਮਰਜ਼ਾਦਾ ਸਮਝਾ ਕੇ ਭੇਜਿਆ ਹੈ ਕਿ ਤੂੰ ਇਸ ਤਰੀਕੇ ਲੋਕਾਂ ਦੇ ਭਲੇ ਕਰਨੇ ਆ, ਤੇ ਅਸੀਂ ਉਹਨੂੰ ਇਹ ਵੀ ਗੁਣ ਦਿੱਤਾ ਹੋਇਆ ਕਿ ਤੂੰ ਜਿੱਥੇ ਵੀ ਜਾਣਾ ਹੈ ਸਾਡੀ ਆਗਿਆ ਤੇ ਹੁਕਮ ਨਾਲ ਜਾਣਾ ਹੈ। ਆਖੋ ਸੀ ਵਾਹਿਗੁਰੂ। ਸੇਵਕ ਮਨ ਮਰਜ਼ੀਆਂ ਨਾਲ ਨਾ ਭੱਜਾ ਫਿਰੇ ਮੂੰਹ ਚੱਕ ਕੇ। ਇੱਕ ਗਲਤੀ ਕਰੇਗਾ ਤੇ ਉਹਦਾ ਪਛਤਾਉਣਾ ਪੈ ਜਾਏਗਾ। ਸਾਡੇ ਬਾਬਾ ਜੀ ਬਿਨਾਂ ਹੁਕਮ ਤੋਂ, ਬਿਨਾਂ ਆਗਿਆ ਤੋਂ ਕਦੀ ਨਹੀਂ ਨਿਕਲਦੇ ਸੀ। ਗੱਡੀਆਂ ਵਾਪਸ, ਗੱਡੀਆਂ ਲੈ ਜਾਓ, ਨਹੀਂ ਜਾਣਾ, ਪ੍ਰੋਗਰਾਮ ਮਿਸ, ਖਤਮ। ਗੁਰੂਆਂ ਨੇ, ਪੀਰਾਂ ਨੇ ਸਮਝਾਇਆ ਹੁੰਦਾ ਕਿ ਕਿਹੜੀ ਆਗਿਆ ਨਾਲ, ਕਿਹੜੀ ਅਰਦਾਸ ਨਾਲ ਤੂੰ ਕਿਹੜਾ ਕੰਮ ਕਿਵੇਂ ਕਰਨਾ ਹੈ। ਵਡਿਆਈ ਚਾਣ ਕੇ ਨਾ ਕਰੇ, ਸੋਭਾ ਚਾਣ ਕੇ ਨਾ ਕਰੇ। ਪਹਿਲੋਂ ਆਪਦੇ ਗੁਰੂ ਨਾਲ ਗੱਲ ਕਰੇ ਤੇ ਫਿਰ ਕੰਮ ਕਰੇ ਅੱਗੇ। ਗੁਰੂ ਦੇ ਨਾਲ ਸਿੱਖ ਗੱਲ ਕਰ ਸਕਦਾ ਹੈ, ਗੁਰਬਾਣੀ ਦੁਆਰਾ, ਅਰਦਾਸ ਦੁਆਰਾ, ਮਨ ਜੋੜ ਕੇ। ਬਾਬਾ ਜੀ ਕਹਿੰਦੇ ਉਹਨੂੰ ਮਰਜ਼ਾਦਾ ਸਮਝਾਈ ਸੀ। ਉਹ ਉੱਥੋਂ ਤੁਰਨ ਲੱਗਿਆ, ਉਹ ਸਾਨੂੰ ਉਹਨੇ ਪੁੱਛਿਆ ਕਿਉਂ ਨਾ, ਆਗਿਆ ਕਿਉਂ ਨਾ ਲਈ, ਕਿਉਂ ਬਿਨਾਂ ਪੁੱਛੇ ਚਲਾ ਗਿਆ। ਸੁਣ ਕੇ ਉਹਦਾ ਦੁੱਖ, ਦਿਆਲ ਹੋ ਕੇ ਚਲਾ ਗਿਆ ਤੇ ਆਪ ਡਿੱਗ ਪਿਆ।
ਬਾਬਾ ਜੀ ਕਹਿੰਦਾ ਕਿ ਹੁਣ ਇਸ ਤਰ੍ਹਾਂ ਕਰੋ, 7 ਕੜਾਏ ਕੜਾਹ ਪ੍ਰਸ਼ਾਦ ਦੇ ਵੱਡੇ ਬਣਾ ਕੇ ਨਾ ਸਾਰੀਆਂ ਰਾਹਾਂ 'ਤੇ ਰੱਖ ਦਿਓ, ਤੇ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਪ੍ਰਸ਼ਾਦ ਵੰਡੀ ਜਾਓ ਹਰ ਇੱਕ ਨੂੰ, ਫਿਰ ਇਹਦਾ ਦੁੱਖ ਘਟ ਜਾਏਗਾ। ਸਭ ਦੁਨੀਆ ਨੂੰ ਕੋਈ ਪ੍ਰਸ਼ਾਦ ਛਕੇ ਬਗੈਰ ਨਾ ਜਾਏ। 7 ਕੜਾਹੇ ਬਣਾ ਕੇ ਸਾਰਿਆਂ ਰਾਹਾਂ ਦੇ ਉੱਤੇ ਪ੍ਰਸ਼ਾਦ ਲੈ ਕੇ ਦੇਈ ਜਾਓ ਤੇ ਵਾਹਿਗੁਰੂ ਵਾਹਿਗੁਰੂ ਜਪੀ ਜਾਓ। ਹੁਣ ਕੜਾਹ ਪ੍ਰਸ਼ਾਦ ਦੇ ਲੰਗਰ ਥਾਂ ਥਾਂ ਸ਼ੁਰੂ ਹੋ ਗਏ, ਸਾਰਿਆਂ ਰਾਹਾਂ ਦੇ ਉਹਨਾਂ ਦੇ ਡੇਰੇ ਤੋਂ, ਤੇ ਨਾਲ ਗੁਰਮੁਖ ਪਿਆਰੇ ਲੱਗੇ ਜਲ ਛਕਾਉਣ, ਵਾਹਿਗੁਰੂ ਵਾਹਿਗੁਰੂ ਜਪਣ। ਬਾਲ ਦਾਸ ਠੀਕ ਹੋ ਗਿਆ। ਬਾਬਾ ਜੀ ਕੋਲ ਕਿਹਾ, ਬਾਬਾ ਜੀ ਨੇ ਫਿਰ ਤਾੜਨਾ ਕੀਤੀ, ਭਾਈ ਤੇਰਾ ਦੁੱਖ ਸਾਨੂੰ ਚੱਕਣਾ ਪਿਆ। ਵੇਖ ਕੇ ਸੋਚ ਕੇ ਜਾਇਆ ਕਰੋ, ਜਦੋਂ ਵੀ ਕਿਤੇ ਜਾਣਾ ਸੋਚ ਸਮਝ ਕੇ ਜਾਓ, ਤੁਹਾਡੇ ਕੀਤੇ ਭਾਰ ਸਾਡੇ ਤੇ ਪੈਂਦੇ ਆ। ਉਹ ਈਰਖਾ ਦਾ ਭਰਿਆ, ਅੱਗ ਦਾ ਭਰਿਆ ਹੋਇਆ, ਉਹਨੇ ਆਪ ਦਾ ਕੀਤਾ ਪਾਉਣਾ ਹੀ ਸੀ, ਉਹਨੇ ਆਪਣਾ ਕੀਤਾ ਪਾਉਣਾ ਸੀ। ਇਹ ਚੀਜ਼ਾਂ ਇਸ ਵਾਸਤੇ ਨਹੀਂ ਕਿਸੇ ਦਾ ਬੁਰਾ ਕਰੋ, ਕਿਸੇ ਨੂੰ ਦੁੱਖ ਦਿਓ। ਜੇ ਸਮਝ ਆਏਗਾ ਤੇ ਸੰਤ ਮਤ ਦੀ ਕੋਈ ਵਸਤੂ ਝੋਲੀ 'ਚ ਪਵਾ ਲੇਗਾ, ਨਹੀਂ ਸਮਝੇਗਾ ਤੇ ਜਨਮ ਗਵਾ ਕੇ ਚਲਾ ਜਾਏਗਾ। ਇਹ ਵਾਰ-ਵਾਰ ਨਹੀਂ ਮਿਲਨੇ ਸਮੇਂ। ਬਾਬਾ ਜੀ ਕਹਿੰਦੇ ਸੀ ਗੁਰਬਾਣੀ ਸਭ ਤੋਂ ਵੱਡੀ ਸ਼ਕਤੀ ਹੈ, ਸਹਿਜ ਪਾਠ। ਉਸ ਤੋਂ ਉੱਪਰ ਮਰਜ਼ਾਦਾ ਵਾਲਾ ਸਹਿਜ ਪਾਠ, ਉਸ ਤੋਂ ਉੱਪਰ 7 ਦਿਨਾਂ ਦਾ ਸਹਿਜ ਪਾਠ ਜਿਹੜਾ ਰਾਤੀ ਤਾਰਿਆਂ ਦੀ ਛਾਵੇਂ ਹੁੰਦਾ ਹੈ। ਇਹ ਸ਼ਕਤੀਆਂ ਨੇ। ਅਖੰਡ ਪਾਠ ਹੈ, ਮਰਜ਼ਾਦਾ ਵਾਲੇ ਆ, ਪੂਰੇ ਨੇਮ ਨਿਯਮ ਰੱਖੋ। ਸਪਤਾਹ ਸੰਪੜ ਪਾਠ ਨੇ, 7 ਦਿਨਾਂ ਵਾਲੇ ਨੇ, 11 ਦਿਨਾਂ ਵਾਲੇ ਸਹਿਜ ਪਾਠ ਹੈ, 11 ਦਿਨਾਂ ਵਾਲੇ ਮਹਾਂ ਸੰਪੜ ਨੇ, ਦਿਨੇ ਰਾਤ ਦੂਹਰਾ ਸੰਪੜ ਲਾ ਕੇ ਕੀਤੇ ਜਾਂਦੇ ਆ। ਇਹ 28 ਦਿਨਾਂ ਵਾਲਾ ਕਹਿੰਦੇ ਇਸ ਨੂੰ, ਇਹ ਹੁਣ 21 ਦਿਨਾਂ 'ਚ ਹੁੰਦਾ ਹੈ ਮਹਾਂ ਸੰਪੜ। ਵੱਡੇ ਵੱਡੇ ਸੰਕਟ ਨੂੰ ਇਹੀ ਮਹਾਂ ਸੰਪਟ ਕੱਟਦਾ ਹੈ। ਤੇ ਬਾਬਾ ਜੀ ਨੇ ਕਿਹਾ ਸੀ, ਭਾਈ ਇਹ ਜਦੋਂ ਦੇ ਅਸੀਂ ਸ਼ੁਰੂ ਕੀਤੇ 21 ਦਿਨਾਂ ਤੇ 23 ਦਿਨਾਂ ਤੇ ਵੀ ਹੋ ਜਾਂਦੇ ਆ। ਜਿਵੇਂ ਇੱਥੇ ਪਾਠੀ ਢਿੱਲੇ ਸੀ, ਥੋੜ੍ਹੇ ਜਿਹੇ 23 ਦਿਨ ਲੱਗ ਗਏ। 21 ਦਿਨਾਂ ਤੇ ਮਹਾਂ ਸੰਪਟ ਹੁੰਦੇ ਆ। ਤੇ ਅਸੀਂ ਸਭ ਨੂੰ ਕਹਿੰਦੇ ਰਹੇ, ਬੇਨਤੀਆਂ ਕਰਦੇ ਰਹੇ ਹਾਂ, ਭਾਈ 21 ਦਿਨ ਭੋਰੇ 'ਚ ਵੜੋ ਤੇ ਤਪ ਕਰੋ। ਇਹ ਸਾਰੇ ਭੱਜਦੇ ਸੀ ਚੋਰੀ। ਤੇ ਮੋਦੀ ਜੀ ਨੇ ਪਹਿਲਾਂ ਹੀ ਬੋਲਿਆ, ਭਾਈ 21 ਦਿਨ ਲੋਕਡਾਊਨ। ਮੈਂ ਕਿਹਾ ਇਹਨੇ ਤਾਂ ਸਾਡਾ ਮਹਾਂ ਸੰਪਟ ਹੀ ਕੱਢਤਾ ਹੈ। ਜਦੋਂ ਉਹਨੇ ਕਹਿੰਦਾ 21 ਦਿਨ ਲੋਕਡਾਊਨ, ਮੈਨੂੰ ਯਾਦ ਆ ਗਿਆ। ਮੈਂ ਕਿਹਾ ਵੀ ਇਹ ਜਿਹੜੇ 21 ਦਿਨ ਅਸੀਂ ਸਾਰਿਆਂ ਨੂੰ ਕਹਿੰਦੇ ਸੀ ਨਾ ਵੀ ਜਪੋ ਨਾਮ, ਵੜ ਜਾਓ ਭੋਰਿਆਂ 'ਚ, ਤੇ ਸਾਰੇ ਭੱਜਦੇ ਸੀ। ਹੁਣ ਕੀਤੇ 21 ਦਿਨ ਬੰਦ। ਉਸ ਤੋਂ ਬਾਅਦ ਫਿਰ 19 ਦਿਨ, ਤੇ ਫਿਰ ਵੀ ਪਤਾ ਨਹੀਂ ਕਿੰਨੇ 21 ਚੱਲਣੇ ਆ। ਕੰਮ ਤਿਆਰ ਹੀ ਅੱਗੇ। ਇਹ ਜਿਹੜੀਆਂ ਬਿਮਾਰੀਆਂ ਇਹ ਹੁਣ ਗਲੀ ਮਹੱਲਿਆਂ 'ਚ ਆ ਜਾਣੀਆਂ। ਇਹ ਜੰਗ ਇੱਥੇ ਆ ਗਈ। ਹੁਣ ਜਿਹੜੀ ਵੀ ਬਿਮਾਰੀ ਛੱਡਣਗੇ ਇਹ ਗਲੀ ਮਹੱਲਿਆਂ 'ਚ, ਘਰਾਂ 'ਚ, ਛੱਤਾਂ 'ਤੇ ਆ ਜਾਏਗੀ, ਹਵਾ ਰਾਹੀਂ, ਬੰਦਿਆਂ ਰਾਹੀਂ। ਉਦੋਂ ਸਾਨੂੰ ਫਿਰ ਲੁਕਣਾ ਪਏਗਾ। ਜੇ ਅਸੀਂ ਗੁਰੂ ਦੀ ਕਿਰਪਾ ਨਾਲ ਨਿਤਨੇਮ ਕਰਦੇ, ਲੁਕ ਲੁਕ ਕੇ ਬਾਣੀ ਪੜ੍ਹਦੇ, ਲੁਕ ਲੁਕ ਕੇ ਗੁਰੂ ਘਰ ਜਾਂਦੇ, ਲੁਕ ਲੁਕ ਕੇ ਮਹਾਂ ਸੰਪੜ ਪਾਠਾਂ ਵਿੱਚ ਲੱਗਦੇ, ਲੁਕ ਲੁਕ ਕੇ, ਅੱਜ ਸਾਨੂੰ ਲੁਕਣਾ ਨਾ ਪੈਂਦਾ। ਅੱਜ ਦੁੱਖ ਸਹਿਣੇ ਨਾ ਪੈਂਦੇ। ਰੱਬ ਨੇ ਮੁਸੀਬਤਾਂ ਟਾਲ ਦੇਣੀਆਂ ਸੀ।
ਬਾਬਾ ਜੀ ਨੇ ਕਿਹਾ ਸੀ ਪਾਠੀ ਸਿੰਘਾਂ ਨੂੰ ਵੀ ਕੱਟ ਲਓ ਸਮਾਂ। ਕਹਿੰਦੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਸਿੱਖਾਂ ਨੂੰ ਕਿ ਸਿੱਖੋ ਆਨੰਦਪੁਰ ਦੇ ਕਿਲੇ 'ਚ ਸਮਾਂ ਕੱਟ ਲਓ। ਰਾਜ ਆਪਣਾ ਖਾਲਸੇ ਦਾ ਹੋ ਜਾਣਾ ਹੈ, ਇਹ ਸਾਰੇ ਖਤਮ ਹੋ ਜਾਣੇ ਆ। ਇਹਨਾਂ ਨੂੰ ਇਹੋ ਜਿਹੀਆਂ ਲੜਾਈਆਂ ਆਪਸ ਵਿੱਚ ਲੱਗਣੀਆਂ, ਇਹੋ ਜਿਹੀ ਬਰਬਾਦੀ ਆਉਣੀ ਹੈ ਕਿ ਖਾਲਸਾ ਅੱਗੇ ਆ ਜਾਏਗਾ। ਤੇ ਤੁਸੀਂ ਬਚਨ ਮੰਨੋ, ਨਾ ਜਾਓ, ਬਦਾਵੇ ਨਾ ਦਿਓ, ਬਸ ਬੈਠੇ ਰਹੋ। 6 ਮਹੀਨੇ ਕੱਟ ਲਓ, 3 ਮਹੀਨੇ, ਕੁਝ ਸਮੇਂ ਤੱਕ ਕਹਿਤਾ, ਪਰ ਸਿੱਖ ਬਦਾਵਾ ਦੇ ਕੇ ਨਿਕਲ ਗਏ। ਹੁਣ ਕਹਿੰਦੇ ਵੀ ਸਮਾਂ ਫਿਰ ਤੁਸੀਂ ਗਵਾ ਲਿਆ, ਹੁਣ ਪਤਾ ਨਹੀਂ ਸਮਾਂ ਕਦੋਂ ਆਏ। ਇਹ ਦੁੱਖ ਦੀਆਂ ਘੜੀਆਂ ਨਿਤਨੇਮ ਕਰੋ, ਬਾਣੀ ਪੜੋ, ਜ਼ਰੂਰ ਗੁਰੂ ਸਾਹਿਬ ਦੀ ਮਿਹਰ ਹੋਏਗੀ। ਹੁਣ ਇੱਥੇ ਸਮਾਪਤੀ ਹੈ। ਕਥਾ ਕੀਰਤਨ ਅਰਦਾਸ ਹੋ ਗਈ, ਹੁਕਮਨਾਮਾ ਹੋ ਗਿਆ, ਪ੍ਰਸ਼ਾਦ ਵਰਤਾ ਦਿਓ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਬੋਲਣਾ ਜੀ ਸ੍ਰੀ ਹੇ ਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੂ ਸੱਚੇ ਪਾਤਸ਼ਾਹ, ਤੁਹਾਡੀ ਹਜ਼ੂਰੀ 'ਚ ਕਥਾ ਕੀਰਤਨ ਜੀ ਕੀ ਅਦਾ ਪੁੱਛਕ ਮਾਪ, ਚਰਨ ਕਮਣਾ ਪਾਸ ਪੜ੍ਹਦੇ ਸੁਣਦੇ ਸਰਬੱਤ ਰਹਿਮੰਦ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ। ਸਾਰਿਆਂ ਨੂੰ ਬਾਬਾ ਜੀ ਦੇ ਘਰੋਂ ਬੇਅੰਤ ਖੁਸ਼ੀਆਂ ਨੇ। ਤੇ ਇੱਕ ਦਾ ਭੋਗ ਪਾ ਲਿਆ ਨਾ, ਹੁਣ ਦੂਜੇ ਦੀ ਤਿਆਰੀ ਕਰ ਲਓ। ਹੁਣ ਆਪਾਂ ਜੰਗ ਯੁੱਧ ਵਿੱਚ ਮੋਰਚਾ ਖਾਲੀ ਨਹੀਂ ਛੱਡ ਸਕਦੇ। ਨਾ ਜੰਗ ਲੱਗੀ ਹੁੰਦੀ ਤੇ ਭਾਵੇਂ ਆਪਾਂ ਸਾਲ ਬਾਅਦ ਪਾਠ ਕਰਦੇ। ਹੁਣ ਦੂਜੇ ਪਾਸੇ ਉਹ ਹਥਿਆਰ ਲੈ ਕੇ ਆ ਗਿਆ ਕਰੋਨਾ, ਤੇ ਇੱਧਰ ਵੀ ਤੁਸੀਂ ਵੀ ਕੋਈ ਨਾ ਕੋਈ ਜ਼ਰੂਰ ਕਰੋ ਨਾ। ਉਹ ਕਰੋਨਾ ਹੈ ਤੇ ਤੁਸੀਂ ਕਰੋ ਨਾ, ਤੁਸੀਂ ਵੀ ਕਰੋ, ਆਪੇ ਕਰੋਨਾ ਭੱਜੇਗਾ। ਤੇ ਜੰਗ ਦੇ ਵਿੱਚ ਆਪਦਾ ਪਾਸਾ ਢਿੱਲਾ ਨਹੀਂ ਛੱਡਣਾ, ਫਿਰ ਉੱਤੇ ਚੜ ਜਾਏਗਾ। ਹੁਣ ਇੱਕ ਮਾਂ ਸੰਭਲ ਨਾਲ ਨਹੀਂ ਸਰਨਾ, ਹੁਣ ਤਾਂ ਭੋਗ ਪਏਗਾ ਤੇ ਰੱਖੀ ਜਾਣੇ ਆ। ਇਹਨੂੰ ਗੁਰੂ ਸਾਹਿਬ ਨੂੰ ਵੀ ਉੱਥੇ ਰੱਖਣਾ, ਸਮਾਨ ਖੇੜੇ ਵੀ, ਤੇ ਆਹ ਤਾਂ ਠਾਠ ਬਣਿਆ ਹੀ ਪਾਠਾਂ ਵਾਸਤੇ ਆ। ਨਾਲ ਦੀ ਨਾਲ ਮੋਰਚਾ ਸੰਭਾਲੀ ਜਾਓ। 5 7 10 ਜਣੇ ਵੀ ਹੋਣਗੇ, ਸਿੰਘ ਲੜਦੇ ਰਹਿਣ ਭਾਵੇਂ ਥੋੜ੍ਹੀ ਹੋਣ, ਤੇ ਇਹ ਯੁੱਧ ਚੱਲਦਾ ਰਹੇਗਾ। ਤੇ ਆਪਾਂ ਬਚਾ ਲਾਂਗੇ ਆਪਦਾ ਆਪ ਵੀ, ਲੋਕਾਂ ਦਾ ਵੀ ਬਚਾ ਲਾਂਗੇ। ਆਪਦੇ ਏਰੀਏ ਨੂੰ ਤਾਂ ਸੰਭਾਲੋ ਨਾ। ਤੇ ਜੇ ਕੰਮ ਹੋ ਗਿਆ ਤੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਪਿਆ ਬਾਹਰ।